ਇਹ 24 ਅਸ਼ਟਪਦੀਆਂ ਮਹਾਰਾਜ ਨੇ ਉਹਨਾਂ ਦੇ ਪ੍ਰਥਾਨ ਸੰਨਿਆਸੀ ਦੇ ਜੋਗੀ ਦੇ ਪ੍ਰਥਾਨ ਉਚਾਰਨ ਕੀਤੀਆਂ। ਸੰਗਤਾਂ ਵਿੱਚ ਇਸ 24 ਅਸ਼ਟਪਦੀਆਂ ਦਾ ਸੁਖਮਣਾ ਸਾਹਿਬ ਕਰਕੇ ਮਸ਼ਹੂਰ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਸੁਖਮਣਾ ਹੈ। ਇਹ ਪੁਰਾਤਨ ਸਿੰਘਾਂ ਦੇ ਅੰਦਰ ਇਹ ਪੁਰਾਤਨ ਮਰਜ਼ਾਦਾ ਸੀ। ਇਹ ਗੁਰੂ ਸਾਹਿਬ ਜੀ ਨੇ ਲਾਹੌਰ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ 24 ਅਸ਼ਟਪਦੀਆਂ, 6 ਅਸ਼ਟਪਦੀਆਂ ਤਾਂ ਬਲਾਵਲ 'ਚ, 6 ਨਟ ਨਰਾਇਣ ਵਿੱਚ, 6 ਕਾਨੜੇ ਵਿੱਚ, 6 ਜਿਹੜੀਆਂ 24 ਪੂਰੀਆਂ ਹੋਣ ਵਾਸਤੇ ਕਲਿਆਣ 'ਚ ਉਚਾਰਦੇ ਹਨ। ਇਹਦਾ ਨਾਮ ਚੌਥੇ ਪਾਤਸ਼ਾਹ ਦਾ ਸੁਖਮਣਾ ਹੈ। ਬਿਲਾਵਲ ਮਹੱਲਾ ਚੌਥਾ। ਅਸ਼ਟਪਦੀਆਂ ਘਰ 11ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਪੈ ਆਪ ਖਾਏ ਹਉ ਮਿਟੈ। ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਹਿਬ ਸੰਗਤ ਜੀ, ਤੀਜੇ ਪਾਤਸ਼ਾਹ ਦੀ ਇੱਕ ਅਸ਼ਟਪਦੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਲਿਖਾਈ ਹੈ। ਹੁਣ ਚੌਥੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਗੁਰੂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਰਬ ਸੁਖਾਂ ਦੀ ਯੋਗੀ ਜਦੋਂ ਸ੍ਰੀ ਗੋਇੰਦਵਾਲ ਸਾਹਿਬ 'ਚ ਨਿਵਾਸ ਕਰ ਰਹੇ ਸਨ, ਗੁਰੂ ਅਮਰਦਾਸ ਸਾਹਿਬ ਦੀ ਅਤਿਅੰਤ ਕਿਰਪਾਲਤਾ ਦੇ ਮਾਲਕ ਹੋ ਕੇ ਗੁਰੂ ਜੋਤ ਵਿੱਚ ਲੀਨਤਾ ਪਾਈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਬਤ ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਪੂਰਨ ਤਾਲ ਖਟਾਇਆ ਅੰਮ੍ਰਿਤ ਸਰਬਤ ਜੋਤ ਜਗਾਵਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ। ਇਹ ਚੌਥੀ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਂ ਹੀ ਮਾਤਾ ਇਹਨਾਂ ਦੇ ਦਇਆ ਕੌਰ ਜੀ ਜੋ ਸਨ, ਉਹਨਾਂ ਦੇ ਇਕਲੌਤੇ ਹੀ ਪੁੱਤਰ ਸਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ। ਜਗਤ ਗੁਰੂ ਜੀ ਦੇ ਬਾਲੇ ਮੋਹ ਵਿੱਚ ਮਾਤਾ ਜੀ ਭਿੱਜੀ ਹੋਈ ਨੇ। ਗੁਰੂ ਅਮਰਦਾਸ ਸਾਹਿਬ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਮੇਰਾ ਇੱਕੋ ਹੀ ਪੁੱਤਰ ਹੈ, ਇਹ ਵੀ ਆਪਦੇ ਚਰਨਾਂ 'ਚ ਰਹਿੰਦਾ ਹੈ, ਕਿਰਪਾ ਕਰੋ ਥੋੜ੍ਹੇ ਦਿਨਾਂ ਵਾਸਤੇ ਮੈਂ ਇਹਨਾਂ ਨੂੰ ਲਾਹੌਰ ਵਿੱਚ ਲੈ ਜਾਵਾਂ। ਆਪ ਆਗਿਆ ਦਿਓ ਤਾਂ ਜਾਣਗੇ, ਆਪਦੀ ਆਗਿਆ ਬਿਨਾਂ ਇਹਨਾਂ ਨੂੰ ਜਾਣਾ ਨਹੀਂ। ਸੁਣ ਕੇ ਗੁਰੂ ਸਾਹਿਬ ਜੀ ਨੇ ਮਾਤਾ ਦੇ ਪ੍ਰੇਮ ਨੂੰ ਦਰਬੀਭੂਤ ਹੋ ਕੇ ਗੁਰੂ ਰਾਮਦਾਸ ਸਾਹਿਬ ਦੇ ਤਾਈਂ ਕਿਹਾ ਕਿ ਪੁਰਖਾ ਜਾਓ, ਤੁਹਾਡੀ ਮਾਤਾ ਲੈਣ ਵਾਸਤੇ ਆਈ ਹੈ। ਕੁਛ ਦਿਨ ਇਹਨਾਂ ਦੇ ਪਿਆਰ ਨੂੰ ਵੀ ਪੂਰਾ ਕਰਕੇ ਲਾਹੌਰ ਰਹਿ ਕੇ ਫਿਰ ਵਾਪਸ ਆ ਜਾਣਾ। ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਦਾ ਪਰਨ ਸੀ ਕਿ ਸਤਿਗੁਰਾਂ ਦੀ ਆਗਿਆ ਕਦੇ ਮੋੜਨੀ ਨਹੀਂ। ਆਗਿਆ ਪਾ ਕੇ ਸਤਿਗੁਰਾਂ ਦੀ ਮਨ ਗੁਰੂ ਸਾਹਿਬ ਦੇ ਚਰਨਾਂ 'ਚ ਅਰਪ ਦਿੱਤਾ। ਸਰੀਰ ਕਰਕੇ ਸੱਚੇ ਪਾਤਸ਼ਾਹ ਮਾਤਾ ਸਾਹਿਬ ਦੇ ਨਾਲ ਲਾਹੌਰ ਵਿੱਚ ਆ ਗਏ। ਲਾਹੌਰ ਵਿੱਚ ਆ ਕੇ ਮਹਾਰਾਜ ਜੀ ਨੇ ਖਾਣਾ ਪੀਣਾ ਸੌਣਾ ਬੋਲਣਾ ਸਭ ਕਿਸੇ ਨਾਲੋਂ ਛੱਡ ਦਿੱਤਾ। ਆਪਣੇ ਸੱਚੇ ਪਾਤਸ਼ਾਹ ਕਮਰੇ ਦੇ ਵਿੱਚ ਹੀ ਜਾਂ ਬੈਠੇ ਰਹਿੰਦੇ ਜਾਂ ਲੇਟੇ ਰਹਿੰਦੇ, ਕਿਸੇ ਨਾਲ ਗੱਲਬਾਤ ਨਾ ਕਰਦੇ। ਮਾਤਾ ਸਾਹਿਬ ਦੀ ਪਿਆਰ ਦੇ ਨਾਲ ਕਈ ਵਾਰੀ ਆ ਕੇ ਆਪ ਨੂੰ ਬੁਲਾਉਂਦੇ ਤੇ ਥੋੜ੍ਹਾ ਬੋਲਿਆ ਕਰਦੇ। ਇਸ ਪ੍ਰਕਾਰ ਮਾਤਾ ਨੂੰ ਸੰਸ਼ਾ ਹੋ ਗਿਆ ਕਿ ਮਹਾਰਾਜ ਸਾਹਿਬ ਜੀ ਦੇ ਸਰੀਰ 'ਚ ਕੋਈ ਰੋਗ ਹੈ, ਇਸ ਕਰਕੇ ਮੈਨੂੰ ਇਹਨਾਂ ਦਾ ਕੋਈ ਇਲਾਜ ਕਰਵਾਉਣਾ ਚਾਹੀਦਾ ਹੈ। ਇਹ ਵਿਚਾਰ ਕੇ ਮਾਤਾ ਜੀ ਨੇ ਇੱਕ ਜੋਗੀ ਸੀ ਬੜਾ ਹਕੀਮ ਸਿਆਣਾ, ਇੱਕ ਸੰਨਿਆਸੀ ਸੀ। ਇਹ ਦੋਹਾਂ ਦੇ ਤਾਈਂ ਰੋਗ ਦਾ ਨਿਰਣਾ ਕਰਨ ਵਾਸਤੇ ਮਾਤਾ ਜੀ ਨੇ ਸਤਿਗੁਰਾਂ ਦੇ ਪਾਸ ਲਿਆਂਦਾ। ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਇਹ ਜੋਗੀ ਅਤੇ ਸੰਨਿਆਸੀ ਦੋਵੇਂ ਬੜੇ ਭਾਰੀ ਹਕੀਮ ਸਨ। ਇਹਨਾਂ ਨੂੰ ਗੁਰੂ ਸਾਹਿਬ ਜੀ ਦੀ ਨਬਜ਼ ਵੇਖ ਕੇ ਕਹਿਣ ਲੱਗੇ, ਮਾਤਾ ਜੀ ਇਹਨਾਂ ਨੂੰ ਤਾਂ ਕੋਈ ਰੋਗ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ, ਇਹ ਤਾਂ ਆਪਣੀ ਮੌਜ ਵਿੱਚ ਹੀ ਇਸ ਤਰ੍ਹਾਂ ਚੁੱਪ ਰਹਿੰਦੇ ਹਨ। ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਪਰਮ ਪਵਿੱਤਰ ਹੋਏ ਉਹ ਜੋਗੀ ਅਤੇ ਸੰਨਿਆਸੀ ਦੇ ਪ੍ਰਥਾਨ ਉਚਾਰਨ ਕੀਤਾ ਹੈ। 6 ਅਸ਼ਟਪਦੀਆਂ ਬਲਾਵਲ ਦੀਆਂ ਹਨ ਗੀਆਂ। 6 ਸਾਧ ਸੰਗਤ ਜੀ ਇਸੇ ਪ੍ਰਕਾਰ ਨਟ ਨਰਾਇਣ ਦੀਆਂ ਹਨ। 6 ਅਸ਼ਟਪਦੀਆਂ ਕਾਨੜੇ ਦੀਆਂ ਹਨ। 6 ਅਸ਼ਟਪਦੀਆਂ ਕਲਿਆਣ ਦੀਆਂ ਹਨ। ਇਹ 24 ਅਸ਼ਟਪਦੀਆਂ ਮਹਾਰਾਜ ਨੇ ਉਹਨਾਂ ਦੇ ਪ੍ਰਥਾਨ ਸੰਨਿਆਸੀ ਦੇ ਜੋਗੀ ਦੇ ਪ੍ਰਥਾਨ ਉਚਾਰਨ ਕੀਤੀਆਂ। ਸੰਗਤਾਂ ਵਿੱਚ ਇਸ 24 ਅਸ਼ਟਪਦੀਆਂ ਦਾ ਸੁਖਮਣਾ ਸਾਹਿਬ ਕਰਕੇ ਮਸ਼ਹੂਰ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਸੁਖਮਣਾ ਹੈ ਅਤੇ ਬਹੁਤ ਸਾਰੇ ਪ੍ਰੇਮੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਦੇ ਨਾਲ ਇਸ ਅਸ਼ਟਪਦੀਆਂ ਦਾ ਇੱਕ ਦਾ ਪਾਠ ਵੀ ਕਰਿਆ ਕਰਦੇ। ਪੁਰਾਤਨ ਸਿੱਖ ਕੀਰਤਨ ਵੀ ਇਹਨਾਂ ਦਾ ਨਾਲ ਕਰਿਆ ਕਰਦੇ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਲਾਹੌਰ ਵਿੱਚ ਬਲਾਵਲ ਦੀਆਂ
ਅਤੇ ਕਾਂਡੇ ਦੀਆਂ, ਕਲਿਆਣ ਦੀਆਂ, ਨਟ ਨਰੈਣ ਦੀਆਂ ਇਹ 24 ਅਸ਼ਟਪਦੀਆਂ ਹਜ਼ੂਰ ਨੇ ਉਚਾਰੀਆਂ। ਜੋਗੀ ਤੇ ਸੰਨਿਆਸੀ ਦੇ ਪ੍ਰਥਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਤਾਈ ਮਾਤਾ ਸਤਿਗੁਰਾਂ ਦੀ ਜੋ ਦਇਆ ਕੌਰ ਜੀ ਸੀ, ਉਹ ਲਾਹੌਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਲੈ ਗਏ। ਆਪ ਜੀ ਵਿਰਾਗ ਦੀ ਦਸ਼ਾ ਵਿੱਚ ਇੱਕ ਪਾਸੇ ਘਰ ਦੇ ਵਿੱਚ ਹੀ ਲੇਟੇ ਰਹਿੰਦੇ ਹਨ, ਕਿਸੇ ਨਾਲ ਬੋਲਦੇ ਨਹੀਂ, ਕੋਈ ਖਾਂਦੇ ਨਹੀਂ, ਕੋਈ ਪੀਂਦੇ ਨਹੀਂ। ਮਾਤਾ ਜੀ ਦੇ ਅੰਦਰ ਖਿਆਲ ਹੋਇਆ ਕਿ ਇਹਨਾਂ ਨੂੰ ਕੋਈ ਰੋਗ ਹੋ ਗਿਆ ਹੈ। ਇਸ ਖਿਆਲ ਦੇ ਨਾਲ ਇੱਕ ਸੰਨਿਆਸੀ ਸਾਧੂ ਹਕੀਮ ਸੀ, ਇੱਕ ਜੋਗੀ ਸੀ। ਉਹਨਾਂ ਦੋਹਾਂ ਦੇ ਤਾਂ ਹੀ ਮਾਤਾ ਜੀ ਦਿਖਾਉਣ ਵਾਸਤੇ ਲਿਆਏ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ, ਉਹਨਾਂ ਹਕੀਮਾਂ ਨੇ ਕਿਹਾ ਕਿ ਮਾਤਾ ਸਾਹਿਬ ਜੀ, ਸਤਿਗੁਰਾਂ ਨੂੰ ਤਾਂ ਕੋਈ ਬਿਮਾਰੀ ਨਹੀਂ ਹੈ, ਕੋਈ ਤਕਲੀਫ ਨਹੀਂ ਹੈ। ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਨਾਂ ਦੇ ਤਾਂ ਹੀ ਇਹ ਪ੍ਰੇਮ ਦੇ ਨਾਲ 6 ਅਸ਼ਟਪਦੀਆਂ ਬਿਲਾਵਲ ਦੀਆਂ ਅਤੇ 6 ਅਸ਼ਟਪਦੀਆਂ ਨਟ ਨਰੈਣ ਦੀਆਂ, 6 ਅਸ਼ਟਪਦੀਆਂ ਕਾਂਡੇ ਦੀਆਂ, 6 ਅਸ਼ਟਪਦੀਆਂ ਕਲਿਆਣ ਦੀਆਂ, ਇਹ 24 ਅਸ਼ਟਪਦੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਇਹਨਾਂ ਦੇ ਪ੍ਰਸਾਦ ਲਾਹੌਰ ਵਿੱਚ। ਅਤੇ ਇਹਨਾਂ ਦੇ ਤਾਂ ਹੀ ਬਖਸ਼ਿਸ਼ ਕਰਕੇ ਇਸ ਬਾਣੀ ਦਾ ਨਾਮ ਸੰਗਤਾਂ 'ਚ ਪ੍ਰਚਲਿਤ ਸੁਖਮਣਾ ਕਰਕੇ ਸੀ। ਗੁਰੂ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਦੀ ਇਹ ਬਾਣੀ ਨੂੰ ਬੇਅੰਤ ਸਿੱਖ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਦੇ ਨਾਲ ਮਿਲਾ ਕੇ 24 ਅਸ਼ਟਪਦੀਆਂ ਨਾਲ ਪਾਠ ਕਰਿਆ ਕਰਦੇ। ਕਿਉਂ ਪੁਰਾਤਨ ਸਿੰਘਾਂ ਦੇ ਅੰਦਰ ਇਹ ਪੁਰਾਤਨ ਮਰਜ਼ਾਦਾ ਸੀ। ਇਹ ਗੁਰੂ ਸਾਹਿਬ ਜੀ ਨੇ ਲਾਹੌਰ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ 24 ਅਸ਼ਟਪਦੀਆਂ। ਨਟ ਅਸ਼ਟਪਦੀਆਂ ਮਹੱਲਾ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ, ਰਾਮ ਮੇਰੇ ਮਨ ਤਨ ਨਾਮ ਆਧਾਰੇ। ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਾਤਾ ਸਾਹਿਬ ਦਇਆ ਕੌਰ ਜੀ, ਗੁਰੂ ਰਾਮਦਾਸ ਸਾਹਿਬ ਦੀ ਮਾਤਾ, ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਕਿ ਮਾਤਾ ਕਹਿਣ ਲੱਗੀ ਕਿ ਇਹਨਾਂ ਦੇ ਪਿਤਾ ਜੀ ਨੇ ਚੜ੍ਹਾਈ ਕਰ ਗਏ ਮਹਾਰਾਜ, ਇਹਨਾਂ ਨੂੰ ਕਿਰਪਾ ਕਰਕੇ ਮੇਰਾ ਇੱਕੋ ਹੀ ਪੁੱਤਰ ਹੈ, ਇਹਨੂੰ ਲਾਹੌਰ 'ਚ ਭੇਜ ਦਿਓ, ਮੈਂ ਇਹਨੂੰ ਦੇਖ ਕੇ ਜਿਉਣੀ ਹੈ। ਸੁਣ ਕੇ ਗੁਰੂ ਰਾਮਦਾਸ ਜੀ ਨੇ ਕਿਹਾ, ਭਾਈ ਤੁਹਾਡੀ ਮਾਤਾ ਲੈਣ ਵਾਸਤੇ ਆਈ ਹੈ, ਜਾਓ ਮਿਲ ਆਓ। ਗੁਰੂ ਸਾਹਿਬ ਜੀ ਨੇ ਮਨ ਤਾਂ ਗੁਰੂ ਅਮਰਦਾਸ ਦੇ ਚਰਨਾਂ 'ਚ ਅਰਪ ਦਿੱਤਾ। ਸਤਿਗੁਰਾਂ ਦੀ ਆਗਿਆ ਨਹੀਂ ਸੀ ਕਦੇ ਵੀ ਮੋੜਦੇ। ਸਤਿਗੁਰੂ ਜੀ ਹੁਕਮ ਮੰਨ ਕੇ ਮਾਤਾ ਦੇ ਨਾਲ ਚਲੇ ਗਏ। ਜਿਸ ਵਕਤ ਚਲੇ ਗਏ, ਘਰ 'ਚ ਨਾ ਰੋਟੀ ਖਾਣ, ਨਾ ਕਿਸੇ ਨਾਲ ਬੋਲਣ, ਇੱਕ ਥਾਂ ਲੇਟੇ ਰਹਿਣ, ਬਰਾਜੇ ਰਹਿਣ। ਮਾਤਾ ਨੂੰ ਸਮਝਿਆ ਮੇਰਾ ਪੁੱਤਰ ਬਿਮਾਰ ਹੋ ਗਿਆ ਹੈ। ਉਸ ਵੇਲੇ ਮਾਤਾ ਜੀ ਨੇ, ਇੱਕ ਸੰਨਿਆਸੀ ਹਕੀਮ ਸੀ, ਇੱਕ ਜੋਗੀ ਹਕੀਮ ਸੀ, ਇਹਨਾਂ ਦੋਹਾਂ ਨੂੰ ਮਾਤਾ ਜੀ ਲਾਹੌਰ ਵਿੱਚੋਂ ਚੰਗੇ ਆਲਾ ਸਾਨੇ ਵੈਦੰਗੀ ਜਾਣਨ ਵਾਸਤੇ ਇਹਨਾਂ ਦੋਹਾਂ ਨੂੰ ਮਹਾਰਾਜ ਦੇ ਪਾਸ ਲੈ ਕੇ ਆਈ ਮਾਤਾ ਕਿ ਮੇਰਾ ਪੁੱਤਰ ਬਿਮਾਰ ਹੈ, ਤੁਸੀਂ ਇਹਨਾਂ ਦੀ ਨਬਜ਼ ਵੇਖੋ। ਤੇ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਦੀ ਨਬਜ਼ ਨਾਲ ਸੰਨਿਆਸੀ ਨੇ ਵੀ ਦੇਖੀ ਤੇ ਨਾਲੇ ਜੋਗੀ ਨੂੰ ਦੇਖੀ। ਦੋਹਾਂ ਨੇ ਮਿਲ ਕੇ ਸਤਿਗੁਰੂ ਸਾਹਿਬ ਜੀ ਨੂੰ ਪਰਖਿਆ ਕਿ ਮਹਾਰਾਜ ਸਾਹਿਬ ਨੂੰ ਕੋਈ ਬਿਮਾਰੀ ਹੋਵੇ, ਵਾਜ ਦੀ, ਪਿੱਤ ਦੀ, ਕਫ ਦਾ, ਰੋਗ ਕੋਈ ਵਿਗਾੜ ਹੋਵੇ ਤਾਂ ਅਸੀਂ ਉਸ ਦੇ ਅਨੁਸਾਰ ਇਲਾਜ ਕਰੀਏ। ਗੁਰੂ ਮਹਾਰਾਜ ਸਾਹਿਬ ਨੂੰ ਕੋਈ ਬਿਮਾਰੀ ਨਹੀਂ ਸੀ। ਆਪਣੇ ਰੰਗ ਵਿੱਚ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਵਿਰਾਗ ਵਿੱਚ ਪਏ ਰਹਿੰਦੇ ਸਨ। ਇਹ ਵੇਖ ਕੇ ਕਹਿਣ ਲੱਗੇ, ਮਾਤਾ ਜੀ ਇਹਨਾਂ ਨੂੰ ਤਾਂ ਬਿਮਾਰੀ ਨਹੀਂ ਹੈ ਕੋਈ, ਆਪਣੇ ਕਿਸੇ ਖਿਆਲ ਵਿੱਚ ਰੰਗੇ ਹੋਏ ਹਨ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਉੱਠ ਕੇ ਬੈਠ ਗਏ। ਉਹ ਜੋਗੀ ਤੇ ਸੰਨਿਆਸੀ ਦੇ ਪ੍ਰਥਾਂ ਇਹ 6 ਅਸ਼ਟਪਦੀਆਂ ਨਰਦੀਆਂ ਉਚਾਰਨ ਕੀਤੀਆਂ ਅਤੇ ਫਿਰ ਉਹਨਾਂ ਨੇ ਕਿਹਾ, ਮਹਾਰਾਜ ਹੋਰ ਕਿਰਪਾ ਕਰੋ। ਫਿਰ 6 ਅਸ਼ਟਪਦੀਆਂ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਇਸੇ ਪ੍ਰਕਾਰ ਪਹਿਲਾਂ ਬਿਲਾਵਲ ਦੀਆਂ ਉਚਾਰਨ ਕੀਤੀਆਂ, ਦੂਜੀਆਂ ਨਟ ਦੀਆਂ 6 ਅਸ਼ਟਪਦੀਆਂ ਉਚਾਰੀਆਂ, ਤੀਜੀ ਸਾਧ ਸੰਗਤ ਜੀ ਕਾਂਡੇ ਦੀਆਂ 6 ਅਸ਼ਟਪਦੀਆਂ ਉਚਾਰੀਆਂ ਤੇ ਚੌਥੀਆਂ ਸਾਧ ਸੰਗਤ ਜੀ ਕਲਿਆਣ ਦੀਆਂ ਉਚਾਰੀਆਂ। ਇਹ 24 ਅਸ਼ਟਪਦੀਆਂ ਉਹਨਾਂ ਜੋਗੀ ਤੇ ਸੰਨਿਆਸੀ ਦੇ ਪ੍ਰਸਾਦ ਲਾਹੌਰ ਵਿੱਚ ਉਚਾਰੀਆਂ ਹਨ। ਉਹਨਾਂ ਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ ਹੈ ਅਤੇ ਉਹ ਸੁਣ ਕੇ ਨਿਹਾਲ ਹੋ ਗਏ ਹਨ। ਇਹਦਾ ਨਾਮ ਗੁਰੂ ਰਾਮਦਾਸ ਸਾਹਿਬ ਦਾ ਸੁਖਮਣਾ ਨਾਮ ਕਰਕੇ 24 ਅਸ਼ਟਪਦੀਆਂ ਦਾ ਪੁਰਾਤਨ ਸਿੰਘ ਪੜ੍ਹਿਆ ਕਰਦੇ ਨਿਤਨੇਮ ਦੇ ਨਾਲ। ਇਸ ਪ੍ਰਕਾਰ ਇਹ ਮਸ਼ਹੂਰ ਹੈ। ਇਹ ਹੈ 4 ਰਾਗਾਂ ਵਿੱਚ 6 ਅਸ਼ਟਪਦੀਆਂ। ਇਸ ਪ੍ਰਕਾਰ ਇੱਕੇ ਚਾਲ ਦੀਆਂ ਅਸ਼ਟਪਦੀਆਂ ਹਨ।
ਪਹਿਲਾਂ ਬਿਲਾਵਲ 'ਚ ਕਹਿ ਚੁੱਕੇ ਹੈ 6 ਅਸ਼ਟਪਦੀਆਂ, ਹੁਣ 6 ਨਟ ਰਾਗ ਦੇ ਵਿੱਚ ਉਚਾਰਨ ਕਰਦੇ ਹਨ, ਫਿਰ 6 ਕਾਂਡੇ 'ਚ ਉਚਾਰਨਗੇ, ਫਿਰ ਕਲਿਆਣ 'ਚ ਉਚਾਰਨਗੇ, ਕਿਉਂ 24 ਅਸ਼ਟਪਦੀਆਂ ਹਨ। ਇਹ ਲਾਹੌਰ ਵਿੱਚ ਜਾ ਕੇ ਮਹਾਰਾਜ ਜੀ ਨੇ ਉਹ ਜੋਗੀ ਤੇ ਸੰਨਿਆਸੀ ਦੇ ਤਾਈਂ ਨਿਹਾਲ ਕਰਨ ਵਾਸਤੇ ਪਰਮ ਪ੍ਰੇਮ ਦੇ ਬਚਨ ਉਚਾਰੇ ਹਨ। ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਪ ਮਨ ਰਾਮ ਨਾਮ ਸੁਖ ਪਾਵੈ ਗੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਅੰਤਰਜਾਮੀ ਗੁਰੂ ਰਾਮਦਾਸ ਸਾਹਿਬ ਦੇ ਮਾਤਾ ਸਾਹਿਬ ਦਇਆ ਕੌਰ ਜੀ ਸਤਿਗੁਰੂ ਅਮਰਦਾਸ ਸਾਹਿਬ ਦੇ ਪਾਸੋਂ ਲਾਹੌਰ ਵਿੱਚ ਪਿਆਰ ਕਰਕੇ ਸਤਿਗੁਰਾਂ ਨੂੰ ਲੈ ਗਈ ਅਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਵਿਰਾਗ ਵਿੱਚ ਵਿਰਾਜਣਾ, ਬੋਲਣਾ, ਕਿਸੇ ਨਾਲ ਖਾਣਾ ਪੀਣਾ, ਬੈਠਣਾ ਉੱਠਣਾ, ਇਹ ਸਭ ਕੁਝ ਤਿਆਗ ਕੇ ਵਿਰਾਗ ਦੇ ਵਿੱਚ ਰਹਿਣ ਲੱਗ ਗਏ। ਮਾਤਾ ਜੀ ਨੇ ਉਹ ਸਮਝਿਆ ਕਿ ਇਹਨਾਂ ਦੇ ਤਾਈਂ ਕੋਈ ਤਕਲੀਫ ਹੈ, ਬਿਮਾਰੀ ਹੈ। ਉਸ ਵਕਤ ਸਾਧ ਸੰਗਤ ਜੀ ਇੱਕ ਸੰਨਿਆਸੀ ਸੀ ਜੋ ਦਵਾਈ ਬੂਟੀ ਕਰਨ ਵਾਲਾ, ਇੱਕ ਯੋਗੀ ਸੀ। ਇਹਨਾਂ ਦੋਹਾਂ ਦੇ ਤਾਈਂ ਮਾਤਾ ਜੀ ਨੇ ਇਲਾਜ ਕਰਨ ਵਾਸਤੇ ਲਾਹੌਰ ਵਿੱਚ ਚੰਗੇ ਉਹ ਮਸ਼ਹੂਰ ਵੈਦ ਸਨ, ਹਕੀਮ, ਉਹਨਾਂ ਨੂੰ ਬੁਲਾ ਕੇ ਗੁਰੂ ਮਹਾਰਾਜ ਸਾਹਿਬ ਦੀ ਨਬਜ਼ ਵਿਖਾਈ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਉਸ ਯੋਗੀ ਤੇ ਸੰਨਿਆਸੀ ਦੇ ਪ੍ਰਸਾਏ ਜੋ ਪਰਮ ਪਵਿੱਤਰ ਉਪਦੇਸ਼ ਬਖਸ਼ੇ ਹਨ। 6 ਅਸ਼ਟਪਦੀਆਂ ਬਿਲਾਵਲ ਰਾਗ ਦੀਆਂ ਆਈਆਂ ਹਨ, 6 ਅਸ਼ਟਪਦੀਆਂ ਨਟ ਨਰੈਣ ਦੀਆਂ ਆਈਆਂ ਹਨ, 6 ਅਸ਼ਟਪਦੀਆਂ ਇਹ ਕਾਨੜੇ ਦੀਆਂ ਆ ਰਹੀਆਂ ਹਨ, 6 ਆਉਣਗੀਆਂ ਸਾਧ ਸੰਗਤ ਜੀ ਕਲਿਆਣ ਰਾਗ ਦੀਆਂ। ਇਹ 24 ਅਸ਼ਟਪਦੀਆਂ ਗੁਰੂ ਸਾਹਿਬ ਨੇ ਉਹ ਸੰਨਿਆਸੀ ਅਤੇ ਯੋਗੀ ਦੇ ਪ੍ਰਥਾਏ ਜੋ ਇਲਾਜ ਕਰਨ ਵਾਲੇ ਆਪਣੇ ਆਪ ਨੂੰ ਮੰਨ ਕੇ ਮਾਤਾ ਜੀ ਦੇ ਸੱਦੇ ਹੋਏ ਆਏ ਸਨ, ਉਹਨਾਂ ਦੇ ਪ੍ਰਥਾਏ ਉਪਦੇਸ਼ ਬਖਸ਼ਿਆ ਮਹਾਰਾਜ ਜੀ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਨ ਦੁਨੀ ਦੇ ਵਾਲੀ ਸਤਿਗੁਰੂ ਜੀ ਪਰਮ ਪਵਿੱਤਰ ਅਸ਼ਟਪਦੀਆਂ ਉਚਾਰਨ ਕਰਦੇ ਹਨ। ਇਹ ਲਾਹੌਰ ਵਿੱਚ 24 ਅਸ਼ਟਪਦੀਆਂ, ਇਹਦਾ ਨਾਮ ਗੁਰੂ ਰਾਮਦਾਸ ਜੀ ਦਾ ਸੁਖਣਾ ਕਰਕੇ ਵੀ ਸੰਗਤਾਂ ਦੀ ਮਸ਼ਹੂਰ ਹੈ। ਅੱਗੇ ਪ੍ਰਾਤਨ ਸਿੰਘ ਇਸ ਦਾ ਪਾਠ ਸੁਖਮਨੀ ਸਾਹਿਬ ਵਾਂਗੂ ਕਰਿਆ ਕਰਦੇ। ਸੋ ਇਹ ਪਰਮ ਪਵਿੱਤਰ ਗੁਰੂ ਰਾਮਦਾਸ ਸਾਹਿਬ ਦਾ ਸੁਖਮਣਾ ਕਰਕੇ ਇਸ ਦਾ ਪਵਿੱਤਰ ਨਾਮ ਸੰਗਤਾਂ 'ਚ ਪ੍ਰਚਲਿਤ ਹੈ। ਹੁਣ ਮਹਾਰਾਜ ਸਾਹਿਬ ਕਾਨੜੇ ਦੀਆਂ ਅਸ਼ਟਪਦੀਆਂ ਚੌਥੇ ਪਾਤਸ਼ਾਹ ਲਾਹੌਰ ਵਿੱਚ ਹੀ ਬੈਠੇ ਹੋਏ ਪਰਮ ਪਵਿੱਤਰ ਉਪਦੇਸ਼ ਦਿੰਦੇ ਹੋਏ ਉਚਾਰਦੇ ਹਨ। ਪਹਿਲੇ ਘਰ ਸੁਰਤਾਰ ਦੇ ਅੰਦਰ ਇੱਕੋ ਦਵਾਇਤ ਰੂਪ ਪਰਮੇਸ਼ਵਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬੀਰਮਦਾਸ ਸਾਧਕ ਜਿਹੜੇ ਸਾਧੂ ਹੋਏ ਹੈ, ਉਹਨਾਂ ਨੇ ਬਹੁਤ ਤਪੱਸਿਆ ਕਰਕੇ ਸੁਖਮਨੀ ਸਾਹਿਬ ਦਾ ਪਾਠ ਹਮੇਸ਼ਾ ਲਈ ਸੁਣਿਆ ਕਰਦੇ ਅਤੇ ਬਦੌਸ਼ੀ ਵਾਲੇ ਉਹ ਵੱਜਦੇ ਸਨ। ਬਹੁਤ ਉਹਨਾਂ ਨੇ ਸਾਧਨ ਸੁਖਮਨੀ ਸਾਹਿਬ ਦਾ ਕੀਤਾ ਸੀ। ਕਾਫੀ ਮਸ਼ਹੂਰ ਉਦਾਸੀਆਂ 'ਚੋਂ ਸਾਧੂ ਹੋਏ ਹਨ। ਬਾਣੀ ਦਾ ਪ੍ਰਤਾਪ ਹੈ, ਜੋ ਕੋਈ ਜਪਦਾ ਹੈ ਉਹ ਨਿਹਾਲ ਹੋ ਜਾਂਦਾ ਹੈ। ਕਾਨੜਾ ਮਹੱਲਾ ਚੌਥਾ। ਮਨ ਹਰ ਰੰਗ ਰਾਤਾ ਗਾਵੈ ਗੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਲਾਹੌਰ ਵਿੱਚ ਇਹ ਸੰਨਿਆਸੀ ਅਤੇ ਇੱਕ ਯੋਗੀ ਜੋ ਮਾਤਾ ਸਾਹਿਬ ਜੀ ਨੇ ਇਲਾਜ ਕਰਨ ਵਾਸਤੇ ਬੁਲਾਏ ਸਨ, ਉਹਨਾਂ ਦੇ ਪ੍ਰਥਾਏ ਪਵਿੱਤਰ ਬਾਣੀ ਉਚਾਰ ਰਹੇ ਹਨ। ਗਰੀਬ ਨਵਾਜ ਜੀ ਕਾਨੜੇ ਦੀਆਂ ਅਸ਼ਟਪਦੀਆਂ ਅਤੇ ਬਿਲਾਵਲ ਦੀਆਂ ਅਸ਼ਟਪਦੀਆਂ, ਨਟ ਨਰੈਣ ਦੀਆਂ ਅਸ਼ਟਪਦੀਆਂ ਅਤੇ ਕਲਿਆਣ ਦੀਆਂ ਅਸ਼ਟਪਦੀਆਂ, ਚੌਹਾਂ ਅਸ਼ਟਪਦੀਆਂ, 6 ਅਸ਼ਟਪਦੀਆਂ ਉਚਾਰ ਕੇ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਖਮਣਾ ਉਚਾਰਿਆ। ਜਿਵੇਂ ਸੁਖਮਨੀ ਸਾਹਿਬ ਦਾ ਮਹੱਤਵ ਹੈ ਪੜ੍ਹਨ ਦਾ, ਇਵੇਂ ਸਤਿਗੁਰਾਂ ਦੀ 24 ਅਸ਼ਟਪਦੀਆਂ ਪੜ੍ਹਨ ਦਾ ਫਲ ਹੈ ਸਾਧ ਸੰਗਤ ਜੀ। ਸੋ ਪ੍ਰੇਮ ਦੇ ਨਾਲ ਆਪ ਇੱਕ ਚਿੱਤ ਹੋ ਕੇ ਸੁਣੋ। ਹਜ਼ੂਰ ਪਿਆਰ ਭਰੇ ਹੋਏ ਬਚਨਾਂ ਦੁਆਰਾ ਪਵਿੱਤਰ ਸਿੱਖਿਆ ਦਿੰਦੇ ਹਨ। ਕਾਨੜਾ ਮਹੱਲਾ ਚੌਥਾ।
ਮਨ ਹਰ ਰੰਗ ਰਾਤਾ ਗਾਵੇ ਗੂ ਇਹ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ। ਕਲਿਆਣ ਮਹੱਲਾ ਚੌਥਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਰਾਮ ਰਾਮੂ ਸੁਨ ਮਨ ਭੀਜੈ। ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ 18 ਅਸ਼ਟਪਦੀਆਂ ਤਿੰਨਾਂ ਰਾਗਾਂ 'ਚ ਉਚਾਰੀਆਂ। 6 ਅਸ਼ਟਪਦੀਆਂ ਤਾਂ ਬਲਾਵਲ 'ਚ, 6 ਨਟ ਰੈਣ ਵਿੱਚ, 6 ਕਾਨੜੇ ਵਿੱਚ, 6 ਜਿਹੜੀਆਂ 24 ਪੂਰੀਆਂ ਹੋਣ ਵਾਸਤੇ ਕਲਿਆਣ 'ਚ ਉਚਾਰਦੇ ਹਨ। ਇਹਦਾ ਨਾਮ ਚੌਥੇ ਪਾਤਸ਼ਾਹ ਦਾ ਸੁਖਮਣਾ ਹੈ। ਗੁਰੂ ਮਹਾਰਾਜ ਸਾਹਿਬ ਜੀ ਲਾਹੌਰ ਵਿੱਚ ਇੱਕ ਸੰਨਿਆਸੀ ਸੀ ਅਤੇ ਇੱਕ ਜੋਗੀ ਸੀ। ਉਹ ਮਾਤਾ ਦਇਆ ਕੌਰ ਨੇ ਮਹਾਰਾਜ ਨੂੰ ਇਲਾਜ ਵਾ ਕੇ ਮੰਗਵਾਏ ਸਨ। ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਉਸ ਵਕਤ। ਕਲਿਆਣ ਮਹੱਲਾ ਚੌਥਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਰਾਮ ਰਾਮੂ ਸੁਨ ਮਨ ਭੀਜੈ। ਕਲਿਆਣ ਰਾਗ ਵਿੱਚ 8 ਪੌੜੀਆਂ ਵਾਲੀਆਂ ਬਾਣੀਆਂ ਉਚਾਰਦੇ। ਇੱਕ ਅਦਵੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ।